ਕਾਕਾ ਬੱਲੀ ਪੋਡਕਾਸਟ ਇੱਕ ਵਾਰ ਫਿਰ ਤੋਂ ਮੈਂ ਸਾਰਿਆਂ ਦਾ ਸਵਾਗਤ ਕਰਦਾ। ਦਿੱਲੀ ਦੇ ਵਿੱਚ ਮਾਹੌਲ ਬੜਾ ਗਰਮਾਇਆ ਹੋਇਆ ਹੈ। ਪੂਰੇ ਇੰਡੀਆ 'ਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਬਰ ਬਾਹਰ ਨਾ ਨਿਕਲੇ, ਬਟ ਪੰਜਾਬੀ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ ਵੀ ਕਹਿ ਲਈਏ ਇਹਨੂੰ ਕਵਰੇਜ ਦੇ ਰਹੀ ਹੈ। ਬਾਹਰ ਪ੍ਰੋਟੈਸਟ ਵੀ ਹੋ ਰਹੇ ਨੇ। ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਦੇ ਵੱਡੇ ਸ਼ਹਿਰਾਂ ਦੇ ਵਿੱਚ, ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਪੰਜਾਬੀ ਬਾਹਰ ਆ ਕੇ ਪੂਰੀ ਦੁਨੀਆ ਨੂੰ ਦਿਖਾ ਰਹੇ ਨੇ ਕਿ ਇੰਡੀਆ 'ਚ ਕੀ ਬਣ ਰਿਹਾ। ਮਾਹੌਲ ਬੜਾ ਗਰਮਾਇਆ ਹੋਇਆ, ਬਟ ਪੰਜਾਬੀਆਂ ਨੇ ਦਿੱਲੀ ਜਾ ਕੇ ਇਸ ਟਾਈਮ ਰੌਣਕ ਲਾਈ ਹੋਈ ਹੈ। ਲੰਗਰ ਚੱਲ ਰਹੇ ਨੇ। ਮੈਂ ਹੁਣੇ ਪਿੰਡ 'ਚ ਗੱਲ ਕਰ ਰਿਹਾ ਸੀ, ਕੁਛ ਮੁੰਡੇ ਪਿੰਡੋਂ ਵੀ ਗਏ, ਕਹਿੰਦੇ ਬਿਲਕੁਲ ਮੇਲੇ ਵਾਲਾ ਮਾਹੌਲ। ਪੰਜਾਬੀ ਜਿੱਥੇ ਜਾਣ ਇੱਕ ਮੇਲੇ ਦਾ ਮਾਹੌਲ ਪੈਦਾ ਕਰ ਹੀ ਦਿੰਦੇ ਨੇ। ਬਟ ਗੱਲ ਥੋੜ੍ਹੀ ਚਿੰਤਾ ਵਾਲੀ ਵੀ ਹੈ ਕਿ ਕਾਫੀ ਦਿਨ ਹੋ ਗਏ ਬੈਠੇ ਹੋਏ ਅਤੇ ਸਰਕਾਰ ਵੱਲੋਂ ਕੋਈ ਇੱਦਾਂ ਦਾ ਭਰਵਾਂ ਹੁੰਗਾਰਾ ਨਹੀਂ ਮਿਲਿਆ। ਹੌਲੀ ਹੌਲੀ ਸੈਲੀਬ੍ਰਿਟੀ ਜਾਂ ਵੱਡੀਆਂ ਹਸਤੀਆਂ ਅੰਦੋਲਨ ਦੇ ਵਿੱਚ ਜੁੜ ਰਹੀਆਂ ਨੇ ਅਤੇ ਹਿਸਟਰੀ ਦਾ ਸਭ ਤੋਂ ਵੱਡਾ ਅੰਦੋਲਨ ਇਹ ਕਿਹਾ ਜਾਂਦਾ ਹੈ ਕਿ ਇੰਨਾ ਵੱਡਾ ਅੰਦੋਲਨ ਕਿਤੇ ਨਹੀਂ ਹੋਇਆ। ਅਤੇ ਪਿੰਡ ਦੇ ਮੁੰਡੇ ਇਹ ਵੀ ਦੱਸਦੇ ਨੇ ਕਿ ਲਗਭਗ 30-40 ਕਿਲੋਮੀਟਰ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਟਰੈਕਟਰ ਟਰਾਲੀਆਂ ਦੀਆਂ, ਜੋ ਸੁਣ ਕੇ ਵਧੀਆ ਲੱਗਾ ਕਿ ਪੰਜਾਬੀਆਂ ਦੇ ਭਾਵੇਂ ਆਪਣੇ ਜਿੰਨੇ ਮਰਜ਼ੀ ਗਿਲੇ ਸ਼ਿਕਵੇ ਹੋਣ, ਬਟ ਜਦੋਂ ਬਾਹਰੋਂ ਅਟੈਕ ਹੁੰਦਾ ਇਹ ਜੋੜੀ ਜਾਂਦੇ ਨੇ। ਇਹਦੀ ਗੱਲ ਮੈਂ ਪਿਛਲੇ ਪੋਡਕਾਸਟ 'ਚ ਵੀ ਕੀਤੀ ਸੀ, ਕਬੀਲਾ, ਕਿ ਜਦੋਂ ਆਪਣੇ ਕਬੀਲੇ ਦਾ ਅਟੈਕ ਹੁੰਦਾ ਉਦੋਂ ਫਿਰ ਬਾਹਰ ਵਾਲੇ ਨੂੰ ਪਹਿਲਾਂ ਸੋਧਣਾ ਉਹ ਜ਼ਿਆਦਾ ਵਾਜਬ ਲੱਗਦਾ। ਚਲੋ ਆਪਾਂ ਪ੍ਰੋਟੈਸਟ 'ਤੇ ਗੱਲ ਨਹੀਂ ਕਰਾਂਗੇ। ਅੱਜ ਦਾ ਜੋ ਮੇਰਾ ਟੀਚਾ ਗੱਲ ਕਰਨ ਦਾ ਉਹ ਵੇ ਫਾਰਮਿੰਗ ਬਿੱਲਸ, ਜੋ 3 ਬਿੱਲ ਜਿਨ੍ਹਾਂ ਦੀ ਇੰਟਰੋਡਕਸ਼ਨ ਹੋਈ ਉਹ 'ਤੇ ਆਪਾਂ ਗੱਲ ਕਰਾਂਗੇ। ਇਹਨਾਂ ਨੂੰ ਸਮਝਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕਰਾਂਗੇ। ਭਾਵੇਂ ਮੈਂ ਰਿਸਰਚ ਪੂਰੀ ਨਹੀਂ ਕਰਕੇ ਆਇਆ, ਬਟ ਮੈਂ ਇੰਨੀ ਰਿਸਰਚ ਇਨਫ ਕਰਕੇ ਆਇਆ ਕਿ ਥੋੜ੍ਹਾ ਜਿਹਾ ਮੈਂ ਸਮਝਾ ਸਕਾਂ ਉਹਨਾਂ ਵਿੱਚ ਕੀ ਹੈ। ਕਿਉਂਕਿ ਮੈਂ ਕਿਸੇ ਨਾਲ ਵੀ ਗੱਲ ਕਰਾਂ ਹਜੇ ਵੀ ਕਲੈਰਿਟੀ ਆਪਾਂ ਨੂੰ ਨਹੀਂ ਹੈ ਕੀ ਨੇ 3 ਬਿੱਲ। ਅਤੇ ਮੇਨ ਆਪਾਂ ਨੂੰ ਇਹੀ ਹੈ ਕਿ ਮੰਡੀਆਂ ਚੁੱਕੀਆਂ ਜਾਣਗੀਆਂ, ਬਿਜ਼ਨਸਮੈਨ ਆ ਜਾਏਗਾ, ਪਰ ਉਹ ਕਿੱਦਾਂ ਆਪਾਂ ਨੂੰ ਕਿੱਦਾਂ ਆਪਣਾ ਸ਼ੋਸ਼ਣ ਕਰਨਗੇ ਉਹ 'ਤੇ ਥੋੜ੍ਹੀ ਜਿਹੀ ਮੈਂ ਕਲੈਰਿਟੀ ਦੇਵਾਂਗਾ। ਅਤੇ ਜਦੋਂ ਇਹ ਬਿੱਲਾਂ ਦੀ ਵੈਸੇ ਇੰਟਰੋਡਕਸ਼ਨ ਹੋਈ ਸੀ ਅਤੇ ਮੈਨੂੰ ਲੱਗਾ ਕਿ ਹਾਂ ਕੁਛ ਨਾ ਕੁਛ ਐਗਰੀਕਲਚਰ ਦੇ ਵਿੱਚ ਥੋੜ੍ਹਾ ਬਦਲਾਵ ਹੋਣਾ ਚਾਹੀਦਾ। ਅਤੇ ਬਿੱਲਾਂ ਤੋਂ ਪਹਿਲਾਂ ਵੀ ਸਿਚੁਏਸ਼ਨ ਜੋ ਕਿਸਾਨਾਂ ਦੀ ਸੀ ਇੰਨੀ ਚੰਗੀ ਨਹੀਂ ਸੀ। ਲਗਭਗ 10,000 ਕਿਸਾਨ ਹਰ ਸਾਲ ਇੰਡੀਆ ਦੇ ਵਿੱਚ ਮਰ ਰਿਹਾ ਸੀ। ਮੈਂ ਵੀ ਕਿਸਾਨ ਦਾ ਪੁੱਤਰ ਹਾਂ ਅਤੇ ਲਗਭਗ ਹਮੇਸ਼ਾ ਕਰਜ਼ੇ ਥੱਲੇ ਰਹੇ ਹਾਂ। ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕਿਸਾਨ ਮੇਰੇ ਪਿੰਡ ਦਾ ਹੋਵੇਗਾ ਜੋ ਲਿਮਿਟਾਂ ਤੋਂ ਪੈਸੇ ਲੈ ਕੇ ਕੋਈ ਕੰਮ ਨਹੀਂ ਕਰਦਾ। ਅਤੇ ਮੇਰੇ ਕਹਿਣ ਦਾ ਭਾਵ ਇਹੀ ਹੈ ਕਿ ਬਿੱਲਾਂ ਤੋਂ ਪਹਿਲਾਂ ਵੀ ਕਿਸਾਨ ਦੀ ਸਿਚੁਏਸ਼ਨ ਇੰਨੀ ਚੰਗੀ ਨਹੀਂ ਸੀ। ਹਮੇਸ਼ਾ ਆਪਾਂ ਕਰਜ਼ੇ ਥੱਲੇ ਰਹੇ ਹਾਂ ਅਤੇ ਕਰਜ਼ਾ ਹਮੇਸ਼ਾ ਚੜ੍ਹਦਾ ਹੀ ਜਾ ਰਿਹਾ ਸੀ। ਅਤੇ ਮੈਨੂੰ ਲੱਗਾ ਕਿ ਸ਼ਾਇਦ ਸਰਕਾਰ ਨੇ ਕੋਈ ਵਧੀਆ ਕਦਮ ਚੁੱਕਿਆ। ਅਤੇ ਮੈਂ ਕਿਸੇ ਨਾਲ ਗੱਲ ਵੀ ਕਰਦਾ ਸੀ ਉਸ ਟਾਈਮ, ਅਤੇ ਮੈਂ ਹਮੇਸ਼ਾ ਕਹਿੰਦਾ ਸੀ ਕਿ ਹਾਂ ਇਹ ਬਦਲਾਵ ਦੀ ਲੋੜ ਹੈ, ਕੁਛ ਨਾ ਕੁਛ ਤਾਂ ਚੇਂਜ ਕਰਨਾ ਹੀ ਚਾਹੀਦਾ। ਇਸ ਹਿਸਾਬ ਨਾਲ ਅਤੇ ਫਿਰ ਕਿਸਾਨ ਹਮੇਸ਼ਾ ਕਰਜ਼ੇ ਥੱਲੇ ਹੀ ਜਾਂਦਾ ਰਹੇਗਾ ਜਾਂ ਖੁਦਕੁਸ਼ੀਆਂ ਹੀ ਕਰਦਾ ਰਹੇਗਾ। ਅਤੇ ਮੈਂ ਇਹਦੇ ਹਿੱਤ 'ਚ ਸੀ ਬਿੱਲਾਂ ਦੇ। ਜਿੰਨਾ ਚਿਰ ਮੈਂ ਬਿੱਲਾਂ ਨੂੰ ਨਹੀਂ ਪੜ੍ਹਿਆ ਮੈਨੂੰ ਲੱਗਦਾ ਸੀ ਕਿ ਹਾਂ ਜੇ ਮੰਡੀਆਂ ਚੁੱਕੀਆਂ ਜਾਣਗੀਆਂ ਤਾਂ ਕਿਸਾਨ ਦਾ ਹੀ ਫਾਇਦਾ ਹੈ। ਕਿਸਾਨ ਡਾਇਰੈਕਟ ਸਮਾਨ ਵੇਚ ਸਕਦਾ ਅਤੇ ਜੋ ਪੈਸਾ ਮਿਡਲਮੈਨ ਨੂੰ ਜਾਂਦਾ ਜਾਂ ਆੜ੍ਹਤੀ ਨੂੰ ਜਾਂਦਾ ਕਿਸਾਨ ਕੋਲ ਸਿੱਧਾ ਆਏਗਾ। ਇਹ ਮੇਰੀ ਸੋਚਣੀ ਸੀ ਉਸ ਟਾਈਮ। 3 ਬਿੱਲਾਂ ਦੀ ਇੰਟਰੋਡਕਸ਼ਨ ਹੋਈ। ਮੈਂ ਟਾਈਟਲ ਪੜ੍ਹਾਂਗਾ, ਭਾਵੇਂ ਮਾफ़ ਕਰਨਾ ਮੈਂ ਪੰਜਾਬੀ 'ਚ ਟਰਾਂਸਲੇਟ ਨਾ ਕਰ ਪਾਵਾਂ, ਬਟ ਮੈਂ ਸਮਝਾਉਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕਰਾਂਗਾ। ਜੋ ਪਹਿਲਾ ਬਿੱਲ ਹੈ ਉਹ ਵੇ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਅਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਿਸਿਜ਼। ਇਹ ਬਿੱਲ ਕੀ ਕਹਿੰਦਾ? ਇਹ ਕਹਿੰਦਾ ਕਿ ਕਿਸਾਨ ਅਤੇ ਬਿਜ਼ਨਸਮੈਨ ਦੇ ਵਿੱਚ, ਵਪਾਰੀ ਦੇ ਵਿੱਚ ਅਗਰੀਮੈਂਟ ਹੋਵੇਗਾ, ਇੱਕ ਕੰਟਰੈਕਟ ਹੋਵੇਗਾ ਅਤੇ ਉਹ ਇੱਕ ਪ੍ਰਾਈਸ ਡਿਸਾਈਡ ਕਰਨਗੇ ਕਿ ਕੀ ਖੇਤੀ ਦਾ ਜਾਂ ਕ੍ਰੌਪਸ ਦਾ ਜਾਂ ਝਾੜ ਦਾ ਕੀ ਪ੍ਰਾਈਸ ਹੋਵੇਗਾ। ਇਹ ਸੁਣਨ 'ਚ ਗੱਲ ਵਧੀਆ ਹੀ ਲੱਗਦੀ ਹੈ ਕਿ ਹਾਂ ਜੇ ਕਿਸਾਨ ਅਤੇ ਵਪਾਰੀ ਦੇ ਵਿੱਚ ਅਗਰੀਮੈਂਟ ਹੋਵੇਗਾ ਜਾਂ ਕੰਟਰੈਕਟ ਹੋਵੇਗਾ ਅਤੇ ਉਹਦੇ 'ਚ ਕੀ ਮਾੜੀ ਗੱਲ ਹੈ, ਵਧੀਆ ਗੱਲ ਹੈ। ਅਤੇ ਉਹਦੇ ਨਾਲ ਨਾਲ ਪ੍ਰਾਈਸ ਵੀ ਡਿਸਾਈਡ ਹੋ ਜਾਏਗਾ ਕੰਟਰੈਕਟ ਦੇ ਵਿੱਚ, ਅਤੇ ਇਹ ਵੀ ਵਧੀਆ ਗੱਲ ਹੈ। ਸੁਣਨ 'ਚ ਗੱਲ ਮਾੜੀ ਨਹੀਂ ਲੱਗਦੀ। ਫਿਰ ਪ੍ਰਾਈਸ ਇੰਸ਼ੋਰੈਂਸ ਦੇ ਨਾਲ ਨਾਲ ਇੱਕ ਵਰਡ ਆਉਂਦਾ ਫਾਰਮ ਸਰਵਿਸਿਜ਼, ਜੋ ਕਿਸਾਨ ਹੈ ਆਪਣੀ ਸਰਵਿਸ ਦੇਵੇਗਾ ਬਿਜ਼ਨਸਮੈਨ ਨੂੰ। ਉਹਦੇ ਵਿੱਚ ਬਿਜ਼ਨਸਮੈਨ ਕਿਸਾਨ ਨੂੰ ਦੱਸੇਗਾ ਕਿ ਕੀ ਪ੍ਰੋਡਿਊਸ ਕਰਨਾ,
ਕਿੰਨਾ ਪ੍ਰੋਡਿਊਸ ਕਰਨਾ, ਉਹਦੀ ਡਿਊ ਡੇਟ ਕੀ ਹੋਵੇਗੀ, ਅਤੇ ਕਿਸਾਨ ਦੀ ਉਹ ਮਦਦ ਵੀ ਕਰ ਸਕਦਾ ਹੈ ਜਾਂ ਟਰੈਕਟਰ ਦੇ ਕੇ ਜਾਂ ਇਨਫੋਰਮੇਸ਼ਨ ਦੇ ਕੇ। ਜੋ ਸੁਣਨ 'ਚ ਗੱਲ ਇਹ ਵੀ ਬਹੁਤ ਵਧੀਆ ਲੱਗਦੀ ਕਿ ਹਾਂ ਸਾਰੀ ਇਨਫੋਰਮੇਸ਼ਨ ਵੀ ਪ੍ਰੋਵਾਈਡ ਕੀਤੀ ਜਾਏਗੀ ਕਿਸਾਨ ਨੂੰ। ਬਟ ਇਹਦੇ ਵਿੱਚ ਹੁਣ ਕਿਸਾਨਾਂ ਦਾ ਡਰ ਕੀ ਹੈ ਇਹ ਪਹਿਲੇ ਬਿੱਲ ਦੇ ਵਿੱਚ? ਪਹਿਲਾ ਹੈ ਕਿ ਜਦੋਂ ਕੰਟਰੈਕਟ ਦੋਵਾਂ 'ਚ ਹੋਵੇਗਾ, ਕਦੇ ਵੀ ਤੁਸੀਂ ਕਚਹਿਰੀ ਜਾਵੋ ਜਾਂ ਅਦਾਲਤ ਵਿੱਚ ਜਾਵੋ ਅਤੇ ਇੱਕ ਸਿੰਪਲ ਲੈਟਰ ਜਿਹਦੇ ਵਿੱਚ ਕੋਈ ਨੋਰਮਲ ਗੱਲ ਲਿਖੀ ਹੋਵੇਗੀ, ਉਹ ਇਸ ਤਰ੍ਹਾਂ ਲਿਖੀ ਜਾਂਦੀ ਹੈ, ਭਾਵੇਂ ਪੰਜਾਬੀ 'ਚ ਵੀ ਲਿਖੀ ਜਾਵੇ, ਕਿ ਉਹ ਪੰਜਾਬੀ ਸਮਝ ਨਹੀਂ ਆਉਂਦੀ। ਇਹ ਲੈਟਰ ਦੀ ਗੱਲ ਕਰ ਰਿਹਾ ਮੈਂ। ਅਤੇ ਹਿਸਾਬ ਲਗਾਓ ਕਿ ਜਦੋਂ ਕੰਟਰੈਕਟ ਲਿਖਿਆ ਜਾਏਗਾ, ਇੱਥੇ ਜਦੋਂ ਕੰਪਨੀਆਂ ਦੇ ਵਿੱਚ ਵੱਡੇ ਵੱਡੇ ਕੰਟਰੈਕਟ ਹੁੰਦੇ ਨੇ, ਜਾਂ ਮੈਂ ਵੀ ਕੰਟਰੈਕਟ ਬਣਾਵਾਂ ਜਾਂ ਕਿਸੇ ਦਾ ਕੰਟਰੈਕਟ ਪੜ੍ਹਾਂ, ਉਹ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਨੇ, ਜਿਹੜੀ ਵੀ ਚੀਜ਼ ਜਿਹੜੀ ਵੀ ਕੰਪਨੀ ਉਹਨੂੰ ਡਿਜ਼ਾਈਨ ਕਰਦੀ ਹੈ, ਕਿ ਉਹ ਕੰਪਨੀ ਨੂੰ ਜਾਂ ਉਹ ਪਾਰਟੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇ। ਅਤੇ ਲੈਂਗੁਏਜ ਇੰਨੀ ਟੈਕਨੀਕਲ ਹੁੰਦੀ ਹੈ ਕਿ ਪੰਜਾਬੀ ਜਿੱਦਾਂ ਕਹਿੰਦੇ ਨੇ ਕਿ ਭੰਬਲ ਭੂਸੇ 'ਚ ਪਾ ਦੇਣਾ। ਅਤੇ ਹੁਣ ਸੋਚੋ ਕਿ ਦੋ ਪਾਰਟੀਆਂ ਨੇ, ਇੱਕ ਕਿਸਾਨ ਜੋ ਪਿੰਡ 'ਚ ਰਹਿ ਰਿਹਾ, ਦੂਜਾ ਇੱਕ ਵੱਡੀ ਕਾਰਪੋਰੇਸ਼ਨ ਜਿਹਦੇ ਪਿੱਛੇ ਬਹੁਤ ਜ਼ਿਆਦਾ ਲਾਇਰਸ ਨੇ, ਇੱਕ ਵੱਡੀ ਟੈਕਨੀਕਲ ਟੀਮ ਹੈ ਜੋ ਆਪਣੇ ਫਾਇਦੇ ਦੇ ਬਾਰੇ ਸੋਚ ਰਹੀ ਹੈ। ਅਤੇ ਕੰਟਰੈਕਟ 'ਚ ਆਉਣਾ ਕਿਤੇ ਨਾ ਕਿਤੇ ਕਿਸਾਨ ਵਾਸਤੇ ਲਾਭਦਾਇਕ ਨਹੀਂ। ਉਹਦਾ ਫਾਇਦਾ ਚੁੱਕਿਆ ਜਾ ਸਕਦਾ ਕਿੰਨੀਆਂ ਜ਼ਿਆਦੀਆਂ ਕੰਡੀਸ਼ਨਾਂ ਪਾ ਕੇ ਕੰਟਰੈਕਟ ਦੇ ਵਿੱਚ। ਅਤੇ ਇਹ ਸਭ ਤੋਂ ਪਹਿਲਾ ਡਰ ਹੈ ਕਿਸਾਨਾਂ ਦਾ। ਇੱਕ ਹੋਰ ਡਰ ਹੈ ਕਿ ਜਦੋਂ ਬਾਹਰਲਾ ਬੰਦਾ ਦੱਸੇਗਾ ਕਿਸਾਨ ਨੂੰ ਕਿ ਕਿੰਨੀ ਚੀਜ਼ ਪ੍ਰੋਡਿਊਸ ਕਰਨੀ ਹੈ, ਹਿਸਾਬ ਲਗਾਓ ਕਿ ਜੇ 20 ਕਿਲੋ ਕੰਪਨੀ ਨੇ ਕਿਹਾ ਕਿ ਮੈਨੂੰ 20 ਕਿਲੋ ਇਹ ਸਮਾਨ ਚਾਹੀਦਾ, ਅਤੇ ਕਿਸਾਨ ਦਾ ਝਾੜ ਨਿਕਲਿਆ 25 ਕਿਲੋ, ਜੋ ਕਾਰਪੋਰੇਸ਼ਨ ਹੈ ਉਹ 20 ਕਿਲੋ ਨੂੰ ਹੀ ਹੱਥ ਪਾਏਗੀ, ਅਤੇ ਜੋ 5 ਕਿਲੋ ਐਕਸਟਰਾ ਨਿਕਲਦਾ ਜੇ ਮੰਡੀਆਂ ਨਾ ਹੋਣਗੀਆਂ, ਅਤੇ ਇਹ ਕਿਸਾਨ ਵਾਸਤੇ ਥੋੜ੍ਹਾ ਭੰਬਲ ਭੂਸੇ ਵਾਲਾ ਕੰਮ ਹੋ ਜਾਏਗਾ ਕਿ ਉਹ 5 ਕਿਲੋ ਕਿੱਥੇ ਵੇਚਿਆ ਜਾਵੇ। ਜਦੋਂ ਤੁਸੀਂ ਕੰਟਰੈਕਟ 'ਚ ਆ ਜਾਂਦੇ ਹੋ ਅਤੇ ਉਹਦੀਆਂ ਕੰਡੀਸ਼ਨਾਂ 'ਤੇ ਖਰੇ ਉਤਰਨਾ ਕਦੀ ਕਦੀ ਬੜਾ ਮੁਸ਼ਕਿਲ ਹੋ ਜਾਂਦਾ, ਕਿ ਹਰੇਕ ਚੀਜ਼ ਬੜੀ ਪ੍ਰਸਾਈਸਲੀ ਲਿਖੀ ਜਾਂਦੀ ਹੈ ਅਤੇ ਉਸ ਦੇ ਅਨੁਸਾਰ ਹੀ ਹਮੇਸ਼ਾ ਚੱਲਿਆ ਜਾਂਦਾ। ਅਤੇ ਇਹਦੇ 'ਚ ਬੜੀ ਟੈਕਨੀਕੈਲਿਟੀ ਹੈ ਪਹਿਲੇ ਦੇ ਵਿੱਚ। ਜੋ ਫਾਰਮ ਸਰਵਿਸਿਜ਼ ਜੋ ਪਹਿਲੇ ਬਿੱਲ 'ਚ ਮੈਂਸ਼ਨ ਕੀਤਾ ਗਿਆ, ਉਹ ਬੜਾ ਵੇਗ ਹੈ ਅਤੇ ਉਹ ਬੜੀ ਜ਼ਿਆਦਾ ਪਾਵਰ ਦਿੰਦਾ ਹੈ ਕਾਰਪੋਰੇਸ਼ਨਸ ਨੂੰ ਅਤੇ ਵਪਾਰੀਆਂ ਨੂੰ। ਕਿਸਾਨਾਂ ਦਾ ਸ਼ੋਸ਼ਣ ਹੋ ਸਕਦਾ ਹੈ ਪਹਿਲੇ ਬਿੱਲ ਦੁਆਰਾ। ਹੁਣ ਆਪਾਂ ਆਉਂਦੇ ਹਾਂ ਦੂਜੇ ਬਿੱਲ 'ਤੇ। ਦੂਜਾ ਬਿੱਲ ਕਹਿੰਦਾ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਮਰਸ। ਮਾਫ਼ ਕਰਨਾ, ਫਿਰ ਮੈਂ ਪੰਜਾਬੀ 'ਚ ਮੇਰੀ ਪੰਜਾਬੀ ਦੀ ਸ਼ਬਦਾਵਲੀ ਇੰਨੀ ਜ਼ਿਆਦਾ ਸਟਰੋਂਗ ਨਹੀਂ ਹੈ, ਬਟ ਫਿਰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਇਹਦਾ ਬਿੱਲ ਦਾ ਜੋ ਮੁੱਖ ਆਬਜੈਕਟਿਵ ਹੈ, ਉਹ ਕਹਿ ਰਿਹਾ ਕਿ ਤੁਸੀਂ ਆਪਣੀ ਜੋ ਕ੍ਰੌਪਸ ਨੇ ਜਾਂ ਪ੍ਰੋਡਿਊਸ ਹੈ, ਤੁਸੀਂ ਕਿਤੇ ਵੇਚ ਸਕਦੇ ਹੋ। ਇਹ 'ਚ ਇੱਕ ਮਿਸਕਨਸੈਪਸ਼ਨ ਹੈ, ਇੱਕ ਭਰਮ ਹੈ ਕਿ ਕਿਹਾ ਗਿਆ ਕਿ ਮੰਡੀਆਂ ਨੂੰ ਖ਼ਤਮ ਕਰਤਾ ਜਾਏਗਾ। ਨਹੀਂ, ਇਹ ਬਿੱਲ ਨਹੀਂ ਕਹਿੰਦਾ ਕਿ ਮੰਡੀਆਂ ਚੁੱਕੀਆਂ ਜਾਣਗੀਆਂ। ਇਹ ਬਿੱਲ ਕਹਿੰਦਾ ਕਿ ਤੁਸੀਂ ਆਪਣਾ ਦਾਣਾ ਪਾਣੀ ਕਿਤੇ ਵੀ ਵੇਚ ਸਕਦੇ ਹੋ, ਪੰਜਾਬ 'ਚ ਵੇਚੋ ਜਾਂ ਬਾਹਰ ਵੇਚੋ, ਡਜ਼ਨਟ ਮੈਟਰ। ਹੁਣ ਮੰਡੀਆਂ ਨੂੰ ਕਿਉਂ ਡਰ ਹੈ ਕਿ ਉਹ ਚੁੱਕੀਆਂ ਜਾਣਗੀਆਂ? ਕਿਉਂਕਿ ਮੰਡੀ ਦੇ ਵਿੱਚ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਤੁਸੀਂ ਜੇ ਆਪਣਾ ਦਾਣੇ ਵੇਚਦੇ ਹੋ ਤੁਹਾਨੂੰ 8% ਟੈਕਸ ਲੱਗਦਾ, ਅਤੇ ਜੇ ਤੁਸੀਂ ਪ੍ਰਾਈਵੇਟ ਦੇ ਵਿੱਚ ਵੇਚੋਗੇ, ਵਪਾਰੀਆਂ ਨੂੰ ਸਿੱਧਾ ਵੇਚੋਗੇ, ਤੁਹਾਨੂੰ ਟੈਕਸ ਨਹੀਂ ਲੱਗੇਗਾ। ਹੁਣ ਜਦੋਂ ਕਿਸਾਨਾਂ ਕੋਲ ਇਹ ਦੋ ਆਪਸ਼ਨਾਂ ਰਹਿਣਗੀਆਂ, ਮੰਡੀ 'ਚ ਵੇਚਾਂ ਜਾਂ ਸਿੱਧਾ ਵੇਚਾਂ, ਅਤੇ ਕਿਸਾਨ 8% ਬਚਾਉਣ ਦੇ ਚੱਕਰ 'ਚ ਆਪਣਾ ਦਾਣਾ ਪਾਣੀ ਸਿੱਧਾ ਵੇਚੇਗਾ, ਆਪਣੇ ਦਾਣੇ ਸਿੱਧੇ ਵਪਾਰੀਆਂ ਨੂੰ ਵੇਚੇਗਾ। ਅਤੇ ਇਹ ਜਦੋਂ ਪ੍ਰੈਕਟਿਸ ਕੁਛ ਸਾਲ ਹੁੰਦੀ ਰਹੀ, ਮੰਡੀਆਂ ਕੋਲ ਕੁਛ ਗਿਆ ਹੀ ਨਹੀਂ, ਕਿਉਂਕਿ ਉਹਨਾਂ ਨੂੰ ਉਹ 8% ਚਾਹੀਦਾ ਆਪਣੇ ਜਗ੍ਹਾ ਨੂੰ ਚਲਾਉਣ ਵਾਸਤੇ। ਮੰਡੀਆਂ ਦੇ ਵਿੱਚ ਆੜ੍ਹਤੀਆਂ ਦੇ ਕੋਲ ਆਪਣੇ ਸਟਾਫ ਮੈਂਬਰ ਨੇ, ਅਤੇ ਉਹਨਾਂ ਨੂੰ ਸੈਲਰੀ ਦੇਣ ਵਾਸਤੇ ਜਾਂ ਜਗ੍ਹਾ ਨੂੰ ਮੇਨਟੇਨ ਰੱਖਣ ਵਾਸਤੇ ਉਹਨਾਂ ਨੂੰ ਉਹ 8% ਟੈਕਸ ਚਾਹੀਦਾ ਤਾਂ ਕਿ ਮੰਡੀਆਂ ਬਣੀਆਂ ਰਹਿਣ। ਅਤੇ ਜਦੋਂ ਮੰਡੀਆਂ ਕੋਲ ਦਾਣੇ ਪਹੁੰਚੇ ਨਹੀਂ, ਤਾਂ ਮੰਡੀਆਂ ਨੇ ਹੌਲੀ ਹੌਲੀ ਰਿਡੰਡੈਂਟ ਹੋ ਜਾਣਾ, ਜਾਂ ਉਹਨਾਂ ਨੇ ਹੌਲੀ ਹੌਲੀ ਚੱਕੇ ਜਾਣਾ। ਫਿਰ ਜੋ ਵਪਾਰੀ ਹੈ ਉਹਦੀ ਮੋਨੋਪਲੀ ਰਹੇਗੀ, ਜਾਂ ਉਹ ਹਮੇਸ਼ਾ ਮਾਰਕੀਟ 'ਚ ਰਹੇਗਾ, ਮੰਡੀਆਂ ਹੌਲੀ ਹੌਲੀ ਚੱਕੀਆਂ ਜਾਣਗੀਆਂ। ਅੱਛਾ, ਇਹ ਹੈ ਲੌਂਗ ਟਰਮ ਪਲਾਨ ਇਹ ਬਿੱਲ ਦਾ। ਅਤੇ ਇਹ ਬਿੱਲ ਕਿਤੇ ਨਾ ਕਿਤੇ ਇਹ ਦੱਸ ਰਿਹਾ ਇਨਡਾਇਰੈਕਟਲੀ, ਜਾਂ ਗੌਰਮੈਂਟ ਵੀ ਤੁਹਾਨੂੰ ਇਹ ਬਿੱਲ ਨੂੰ ਸੈੱਲ ਕਰ ਰਹੀ ਹੈ ਕਿ ਆੜ੍ਹਤੀਆ ਤੁਹਾਡੇ ਵਾਸਤੇ ਮਾੜਾ ਹੈ। ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆੜ੍ਹਤੀਆ ਮਾੜਾ ਹੈ, ਜਦੋਂ ਉਹ ਚਲਾ ਗਿਆ ਤਾਂ ਤੁਹਾਨੂੰ ਸਾਰਾ ਪੈਸਾ ਮਿਲੇਗਾ।
ਬਟ ਨਹੀਂ, ਆੜਤੀਆ ਜਾਂ ਮਿਡਲਮੈਨ ਮਾੜਾ ਨਹੀਂ ਹੈ। ਹੁਣ ਤੁਸੀਂ ਦੇਖੋ, ਜਦੋਂ ਤੁਸੀਂ ਮੰਡੀ ਜਾਂਦੇ ਹੋ, ਤੁਸੀਂ ਸਿਰਫ ਉੱਥੇ ਆਪਣੇ ਦਾਣੇ ਲੈ ਕੇ ਜਾਣੇ ਨੇ। ਲੋਡ ਅਨਲੋਡ, ਦਾਣਿਆਂ ਦੀ ਸਫਾਈ, ਉਹਦੀ ਪੈਕਿੰਗ, ਫਿਰ ਤੁਸੀਂ ਰੱਖਦੇ ਵੀ ਉੱਥੇ ਆਪਣੇ ਦਾਣੇ, ਇਹ ਸਭ ਕਰਨ ਵਾਸਤੇ ਤੁਹਾਨੂੰ ਆੜਤੀਏ ਦੀ ਲੋੜ। ਅਤੇ ਜਦੋਂ ਹੌਲੀ ਹੌਲੀ ਆੜਤੀਆ ਚੱਕਿਆ ਗਿਆ, ਉਹ ਜੋ ਮਿਹਨਤ ਹੈ ਉਹ ਸਾਰੀ ਕਿਸਾਨਾਂ ਨੂੰ ਆਪ ਕਰਨੀ ਪਏਗੀ। ਤਾਂ ਜੋ ਆੜਤੀਆ ਹੈ, ਮਿਡਲਮੈਨ ਹੈ, ਉਹ ਇੱਕ ਸਰਵਿਸ ਪ੍ਰੋਵਾਈਡ ਕਰਦਾ ਜਿਹਦੀ ਲੋੜ ਹੈ ਆਪਾਂ ਨੂੰ ਜਾਂ ਕਿਸਾਨਾਂ ਨੂੰ। ਜੇ ਮੈਂ ਇੱਥੇ ਥੋੜ੍ਹੇ ਜਿਹੇ ਨੰਬਰ ਵੀ ਪੇਸ਼ ਕਰਾਂ, ਇਸ ਟਾਈਮ ਪੰਜਾਬ ਦੇ ਵਿੱਚ 48,000 ਆੜਤੀਏ ਨੇ। 48,000 ਦੇ ਨਾਲ ਨਾਲ ਇੱਕ ਆੜਤੀ ਉਹ ਕਿੰਨੀ ਜ਼ਿਆਦਾ ਲੇਬਰ ਹੁੰਦੀ ਹੈ ਲੋਡ ਅਨਲੋਡ ਕਰਨ ਵਾਸਤੇ, ਪੈਕ ਕਰਨ ਵਾਸਤੇ। ਫਿਰ ਹੋਰ ਉਹਨਾਂ ਦੇ ਅਕਾਊਂਟੈਂਟ ਹੁੰਦੇ ਨੇ ਹਿਸਾਬ ਕਿਤਾਬ ਕਰਨ ਵਾਸਤੇ। ਅਤੇ ਜਦੋਂ ਆੜਤੀਆ ਰਿਡੰਡੈਂਟ ਹੋ ਗਿਆ, ਜਦੋਂ ਆੜਤੀਆ ਨੂੰ ਵਿੱਚੋਂ ਕੱਢਤਾ ਗਿਆ, ਅਤੇ ਕਿੰਨੇ ਲੋਕ ਬੇਰੁਜ਼ਗਾਰ ਹੋਣਗੇ, ਇਹਦਾ ਤੁਸੀਂ ਆਪ ਹਿਸਾਬ ਲਾ ਸਕਦੇ ਹੋ। ਫਿਰ ਜੋ ਰਿਲੇਸ਼ਨਸ਼ਿਪ ਰਹਿੰਦਾ ਆੜਤੀਏ ਅਤੇ ਕਿਸਾਨ ਦਾ, ਇੱਕ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਨਹੀਂ ਹੈ, ਇਹ ਬੜਾ ਪਰਸਨਲ ਹੈ। ਹੁਣ ਕਦੇ ਵੀ ਕਿਸਾਨ ਨੂੰ ਲੋੜ ਪਵੇ, ਉਹ ਆੜਤੀ ਕੋਲ ਜਾ ਕੇ ਪੈਸੇ ਲੈ ਸਕਦਾ, ਕਿਉਂਕਿ ਇਹ ਜੋ ਯਕੀਨ ਬਣਦਾ ਹੈ ਆੜਤੀ ਅਤੇ ਕਿਸਾਨ ਦੇ ਵਿੱਚ, ਬੜੇ ਸਾਲਾਂ ਬਾਅਦ ਬਣਦਾ। ਘਰੇ ਵਿਆਹ ਹੋਵੇ ਜਾਂ ਕੋਈ ਦੁਰਘਟਨਾ ਹੋ ਜਾਏ, ਘਰੇ ਪੈਸੇ ਦੀ ਲੋੜ ਪਵੇ, ਜਾਂ ਕਿਸੇ ਨਿਆਣੇ ਨੇ ਬਾਹਰ ਜਾਣਾ, ਤੁਸੀਂ ਆੜਤੀ ਤੋਂ ਜਾ ਕੇ ਪੈਸੇ ਫੜ ਸਕਦੇ ਹੋ। ਇਹ ਇੱਕ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੈ ਆੜਤੀਆ, ਅਤੇ ਰਿਲੇਸ਼ਨਸ਼ਿਪ ਬੜਾ ਸੋਹਣਾ। ਅਤੇ ਜਦੋਂ ਆੜਤੀਆ ਵਿੱਚੋਂ ਨਿਕਲ ਜਾਏਗਾ, ਅਤੇ ਕਿਸਾਨਾਂ ਨੂੰ ਇਹ ਬੜੀ ਦਿੱਕਤ ਆਏਗੀ ਕਿ ਕਿਤੇ ਵੀ ਲੋੜ ਪਵੇ ਪੈਸਿਆਂ ਦੀ, ਤੁਹਾਨੂੰ ਪਤਾ ਕਿ ਬੈਂਕ ਤੋਂ ਵੀ ਲੋਨ ਲੈਣਾ ਪਵੇ ਅਤੇ ਬੜੇ ਪ੍ਰੋਸੀਜਰ ਫੋਲੋ ਕਰਨੇ ਪੈਂਦੇ ਨੇ। ਅਤੇ ਜਦੋਂ ਕਾਰਪੋਰੇਸ਼ਨਾਂ, ਜਦੋਂ ਬਿਜ਼ਨਸਮੈਨ ਸਿੱਧਾ ਤੁਹਾਡੇ ਨਾਲ ਡਾਇਰੈਕਟਲੀ ਆ ਗਏ, ਅਤੇ ਉਹਨਾਂ ਤੋਂ ਪੈਸੇ ਲੈਣਾ ਜਾਂ ਲੋਨ ਲੈਣਾ ਬੜਾ ਔਖਾ ਰਹੇਗਾ ਕਿਸਾਨਾਂ ਵਾਸਤੇ। ਅਤੇ ਬਾਕੀ ਜਦੋਂ ਇਹ ਬਿੱਲ ਕਹਿੰਦਾ ਕਿ ਤੁਸੀਂ ਕਿਤੇ ਵੀ ਸਟੇਟ ਤੋਂ ਬਾਹਰ ਆਪਣੇ ਦਾਣੇ ਵੇਚ ਸਕਦੇ ਹੋ, ਜਿਨ੍ਹਾਂ ਕੋਲ 100-200 ਕਿੱਲੇ ਨੇ, ਉਹਨਾਂ ਵਾਸਤੇ ਇਹ ਆਪਸ਼ਨ ਵਧੀਆ ਹੈ। ਲੌਜਿਸਟੀਕਲ ਜੋ ਕੋਸਟ ਰਹੇਗੀ ਇੰਨੀ ਜ਼ਿਆਦਾ ਨਹੀਂ ਰਹੇਗੀ, ਉਹ ਕਿਤੇ ਵੀ ਆਪਣਾ ਸਮਾਨ ਬਾਹਰ ਜਾ ਕੇ ਵੇਚ ਸਕਦੇ ਨੇ। ਬਟ ਛੋਟੇ ਕਿਸਾਨ ਵਾਸਤੇ, ਜਿਹਦੇ ਕੋਲ 5 ਕਿੱਲੇ ਨੇ, ਉਹ ਕਿੱਥੇ ਆਪਣੇ ਦਾਣੇ ਲੈ ਕੇ ਇੱਧਰ ਉੱਧਰ ਜਾਂਦਾ ਰਹੇਗਾ, ਨਾ ਉਹਦੇ ਕੋਲ ਸਟੋਰ ਰੂਮ। ਫਿਰ ਜੋ ਲੌਜਿਸਟਿਕਸ ਦੀ ਕੋਸਟ ਰਹੇਗੀ, ਉਹ ਉਹਦੇ ਵਾਸਤੇ ਬਹੁਤ ਜ਼ਿਆਦਾ ਰਹੇਗੀ। ਅਤੇ ਇੱਕ ਹੋਰ ਨੁਕਸਾਨ ਹੈ ਕਿ ਜਦੋਂ ਦਾਣੇ ਬਾਹਰ ਜਾ ਕੇ ਵਿਕਣਗੇ, ਅਤੇ ਜੋ ਸਟੇਟ ਹੈ, ਪੰਜਾਬ ਸਟੇਟ ਹੈ, ਉਹ ਬੜਾ ਪੈਸਾ ਲੂਜ਼ ਕਰੇਗੀ ਜਦੋਂ ਇਹ ਲਾਅ ਦੀ ਇੰਪਲੀਮੈਂਟੇਸ਼ਨ ਹੋ ਗਈ। ਅਤੇ ਇਹ ਬਿੱਲ ਦੀ ਇੰਟਰੋਡਕਸ਼ਨ ਦਾ ਮਕਸਦ ਗੌਰਮੈਂਟ ਵਾਸਤੇ ਇਹ ਵੀ ਹੈ ਕਿ ਗੌਰਮੈਂਟ ਐਗਰੀਕਲਚਰ ਦੇ ਬਿਜ਼ਨਸ ਤੋਂ ਬਾਹਰ ਆਉਣਾ ਚਾਹੁੰਦੀ ਹੈ। ਇਹਦੇ 'ਚ ਦਿੱਕਤ ਇਹ ਵੀ ਹੈ ਕਿ ਜਦੋਂ ਗੌਰਮੈਂਟ ਇਹ ਐਗਰੀਕਲਚਰ ਦੇ ਬਿਜ਼ਨਸ 'ਚੋਂ ਬਾਹਰ ਹੋ ਗਈ, ਜਾਂ ਮੰਦੀ ਆ ਗਈ, ਜਾਂ ਡਿਮਾਂਡ ਬੜੀ ਲੋ ਹੋ ਗਈ, ਫਿਰ ਕੋਈ ਵੀ ਸਬਸਿਡੀ ਕਿਸਾਨਾਂ ਦੇ ਹੱਕ 'ਚ ਨਹੀਂ ਆਏਗੀ। ਹੁਣ ਕਦੇ ਵੀ ਜਦੋਂ ਸਿਚੁਏਸ਼ਨ ਬਹੁਤ ਜ਼ਿਆਦਾ ਮੰਦੀ ਹੋ ਜਾਏ, ਗੌਰਮੈਂਟ ਵਿੱਚ ਆ ਕੇ ਕਿਸਾਨਾਂ ਨੂੰ ਬਚਾ ਸਕਦੀ ਹੈ ਸਬਸਿਡੀਆਂ ਦੇ ਕੇ। ਬਟ ਜਦੋਂ ਇਹ ਬਿੱਲ ਇੰਪਲੀਮੈਂਟ ਹੋ ਗਿਆ, ਕੋਈ ਵੀ ਸਬਸਿਡੀ ਜਾਂ ਕੋਈ ਵੀ ਹੈਲਪ ਗੌਰਮੈਂਟ ਵੱਲੋਂ ਨਹੀਂ ਆਏਗੀ ਕਿਸਾਨਾਂ ਨੂੰ। ਅਤੇ ਬਾਕੀ ਪ੍ਰਾਈਵੇਟ ਪਲੇਅਰ ਬੜੇ ਸਮਾਰਟ ਨੇ, ਜਾਂ ਬਿਜ਼ਨਸਮੈਨ ਬੜੇ ਸਮਾਰਟ ਨੇ, ਅਤੇ ਉਹ ਹਮੇਸ਼ਾ ਕੋਸ਼ਿਸ਼ ਕਰਨਗੇ ਡਿਮਾਂਡ ਲੋ ਕਰਨ ਦੀ, ਤਾਂ ਕਿ ਜੋ ਉਹ ਕ੍ਰੌਪ ਨੇ ਜਾਂ ਪ੍ਰੋਡਿਊਸ ਹੈ ਜਾਂ ਉਹ ਦਾਣੇ ਨੇ ਘੱਟ ਕੀਮਤ 'ਤੇ ਖਰੀਦ ਸਕਣ। ਅੱਛਾ ਜੀ, ਹੁਣ ਆਉਂਦੇ ਆਪਾਂ ਨੰਬਰ 3 'ਤੇ। ਨੰਬਰ 3 ਕਹਿੰਦਾ ਅਸੈਂਸ਼ੀਅਲ ਕਮੋਡਿਟੀਜ਼। ਇਹ ਬਿੱਲ ਪਹਿਲੋਂ ਹੀ ਸੀ ਆਪਣੇ ਕੋਲ, ਪਹਿਲੋਂ ਹੀ ਇੰਪਲੀਮੈਂਟਡ ਸੀ, ਬਟ ਇਹਦੇ ਵਿੱਚ ਥੋੜ੍ਹੀਆਂ ਜਿਹੇ ਚੇਂਜਸ ਕੀਤੇ ਗਏ ਨੇ। ਪਹਿਲੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੀ ਹੈ ਅਸੈਂਸ਼ੀਅਲ ਕਮੋਡਿਟੀਜ਼। ਅਸੈਂਸ਼ੀਅਲ ਕਮੋਡਿਟੀ ਕੋਈ ਵੀ ਚੀਜ਼ ਹੈ ਜਿਹਦੀ ਡਿਮਾਂਡ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜਿੱਦਾਂ ਮੈਂ ਕਹਾਂ ਕਿ ਕੋਵਿਡ ਦੇ ਵਿੱਚ ਮਾਸਕਾਂ ਦੀ ਅਤੇ ਸੈਨੇਟਾਈਜ਼ਰਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੋ ਗਈ ਸੀ, ਅਤੇ ਜਦੋਂ ਡਿਮਾਂਡ ਵਧੇ ਤਾਂ ਪ੍ਰਾਈਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਅਤੇ ਜਦੋਂ ਵੀ ਕੋਈ ਚੀਜ਼ ਇਹ ਲਿਸਟ ਦੇ ਵਿੱਚ ਆ ਜਾਵੇ, ਉਹਦਾ ਪ੍ਰਾਈਸ ਇੱਕ ਲੈਵਲ ਤੋਂ ਉੱਪਰ ਨਹੀਂ ਵੱਧ ਸਕਦਾ। ਮਤਲਬ ਆਮ ਲੋਕ ਉਹਨੂੰ ਅਫੋਰਡ ਕਰ ਸਕਦੇ ਨੇ। ਅਤੇ ਲੋਕਾਂ ਨੂੰ ਪ੍ਰਾਈਸ ਤੋਂ ਬਚਾਉਣ ਵਾਸਤੇ, ਜਾਂ ਕੁਛ ਲੋਕ ਕੀ ਕਰਦੇ ਨੇ ਕਿ ਡਿਮਾਂਡ ਪ੍ਰੋਡਿਊਸ ਕਰਦੇ ਨੇ, ਚੀਜ਼ਾਂ ਨੂੰ ਹੋਲਡ ਕਰਕੇ ਜਾਂ ਬਲੈਕ ਮਾਰਕੀਟ ਕਰਕੇ ਡਿਮਾਂਡ ਚੀਜ਼ਾਂ ਦੀ ਵਧਾ ਦਿੰਦੇ ਨੇ। ਅਤੇ ਲੋਕਾਂ ਨੂੰ ਇਹੀ ਚੀਜ਼ ਤੋਂ ਬਚਾਉਣ ਵਾਸਤੇ ਇਹ ਜੋ ਲਿਸਟ ਹੈ ਇਹ ਬਣਾਈ ਗਈ। ਅਤੇ ਜਿੱਦਾਂ ਮੈਂ ਸੈਨੇਟਾਈਜ਼ਰਾਂ ਦੀ ਗੱਲ ਕੀਤੀ, ਮਾਸਕਾਂ ਦੀ ਗੱਲ ਕੀਤੀ, ਕੋਵਿਡ ਦੇ ਵਿੱਚ
ਇਹਨਾਂ ਦੋਵਾਂ ਚੀਜ਼ਾਂ ਨੂੰ ਲਿਸਟ ਦੇ ਵਿੱਚ ਪਾ ਲਿਆ ਗਿਆ ਸੀ ਕਿ ਇਹਨਾਂ ਦੀ ਡਿਮਾਂਡ ਨਾ ਵਧਾਈ ਜਾ ਸਕੇ ਜਾਂ ਇਹਨਾਂ ਦੇ ਪ੍ਰਾਈਸ ਨਾ ਜ਼ਿਆਦਾ ਵਧਣ। ਅਤੇ ਜਦੋਂ ਕੋਵਿਡ ਖ਼ਤਮ ਹੋਇਆ ਤਾਂ ਇਹਨਾਂ ਨੂੰ ਲਿਸਟ ਵਿੱਚੋਂ ਬਾਹਰ ਕੱਢਤਾ ਗਿਆ। ਆਈ ਹੋਪ ਕਿ ਇਹ ਲਿਸਟ ਇਹਦੀ ਮੈਂ ਥੋੜ੍ਹੀ ਜਿਹੀ ਸੈਂਸ ਬਣਾਈ ਹੋਵੇਗੀ। ਹੁਣ ਇਹਦੇ ਵਿੱਚ ਕੀ ਚੇਂਜਸ ਆਏ ਨੇ ਲਿਸਟ ਦੇ ਵਿੱਚ ਜਾਂ ਇਹ ਬਿੱਲ ਦੇ ਵਿੱਚ, ਉਹ 'ਤੇ ਆਪਾਂ ਗੱਲ ਕਰਦੇ ਹਾਂ। ਇਹਦੇ 'ਚ ਚੇਂਜਸ ਇਹ ਆਏ ਨੇ ਕਿ ਗੌਰਮੈਂਟ ਨੇ ਕੁਛ ਚੀਜ਼ਾਂ ਇਹ ਲਿਸਟ 'ਚੋਂ ਕੱਢ ਦਿੱਤੀਆਂ, ਜੋ ਨੇ ਆਟਾ, ਮੈਦਾ, ਮੱਕੀ, ਆਲੂ, ਕੁਛ ਆਇਲਸ, ਦਾਲਾਂ, ਬੀਨਸ ਅਤੇ ਆਇਲ ਸੀਡਸ। ਜੇ ਆਪਾਂ ਸਾਰੀਆਂ ਇਹ ਚੀਜ਼ਾਂ ਦੀ ਗੱਲ ਕਰੀਏ, ਇਹ ਸਾਰੀਆਂ ਆਮ ਘਰਾਂ ਦੇ ਵਿੱਚ ਜਾਂ ਡੇਲੀ ਯੂਜ਼ ਕਰਨ ਵਾਲੀਆਂ ਚੀਜ਼ਾਂ ਨੇ। ਹੁਣ ਜਦੋਂ ਇਹ ਲਿਸਟ 'ਚੋਂ ਚੀਜ਼ਾਂ ਨਿਕਲੀਆਂ ਅਤੇ ਚਾਂਸਿਸ ਨੇ ਕਿ ਕਾਰਪੋਰੇਸ਼ਨਾਂ ਜਾਂ ਵਪਾਰੀ ਇਹਨੂੰ ਜਮ੍ਹਾਂ ਕਰਕੇ ਨਕਲੀ ਡਿਮਾਂਡ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਪ੍ਰਾਈਜ਼ ਇਹਦਾ ਬਹੁਤ ਜ਼ਿਆਦਾ ਵਧੇਗਾ। ਅਤੇ ਇਹ ਚੀਜ਼ਾਂ ਲਿਸਟ ਦੇ ਵਿੱਚ ਉਦੋਂ ਹੀ ਵਾਪਸ ਆਉਣਗੀਆਂ ਜਾਂ ਤਾਂ ਯੁੱਧ ਲੱਗ ਜਾਏ ਜਾਂ ਅਕਾਲ ਪੈ ਜਾਏ ਜਾਂ ਕੋਈ ਭੂਕੰਪ ਜਾਂ ਇੱਦਾਂ ਦੀ ਕੋਈ ਤਰਾਸਦੀ ਲੋਕਾਂ 'ਤੇ ਹੋਵੇ ਜਾਂ ਦੇਸ਼ 'ਤੇ ਹੋਵੇ, ਫਿਰ ਹੀ ਇਹ ਚੀਜ਼ਾਂ ਵਾਪਸ ਲਿਸਟ ਦੇ ਵਿੱਚ ਆਉਣਗੀਆਂ। ਹੁਣ ਆਪਾਂ ਥਿਊਰੀ ਦੇ ਵਿੱਚ ਦੇਖੀਏ ਤਾਂ ਫਾਰਮਰਸ ਲਈ ਇਹ ਵਧੀਆ ਗੱਲ ਹੈ। ਕਿੱਦਾਂ ਕਿ ਜਦੋਂ ਹਰੇਕ ਚੀਜ਼ ਦਾ ਪ੍ਰਾਈਸ ਵਧੇਗਾ, ਡਿਮਾਂਡ ਵਧੇਗੀ ਆਲੂ ਦੀ ਜਾਂ ਆਟੇ ਦੀ, ਕਿਸਾਨਾਂ ਨੂੰ ਵੱਧ ਪ੍ਰਾਈਸ ਮਿਲੇਗਾ। ਬਟ ਆਮ ਆਦਮੀ ਵਾਸਤੇ ਜੋ ਕਿਸਾਨ ਨਹੀਂ, ਉਹਦੇ ਵਾਸਤੇ ਇਹ ਬੜੀ ਮਾੜੀ ਗੱਲ ਹੈ ਕਿ ਜੇ ਆਪਾਂ ਆਲੂ ਆਟਾ ਦੇਖੀਏ ਜਾਂ ਦਾਲਾਂ ਵੇਖੀਏ, ਇਹ ਰੋਜ਼ ਘਰ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਨੇ। ਜਦੋਂ ਇਹੀ ਚੀਜ਼ਾਂ ਕਾਫੀ ਮਹਿੰਗੀਆਂ ਹੋ ਗਈਆਂ ਅਤੇ ਆਮ ਆਦਮੀ ਵਾਸਤੇ ਇਹ ਬੜੀ ਮਾੜੀ ਗੱਲ ਰਹੇਗੀ। ਅਤੇ ਮੈਂ ਮੰਨਦਾ ਕਿ ਜੋ ਗੌਰਮੈਂਟ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਥਿਊਰੀਟੀਕਲੀ, ਅਤੇ ਉਹ ਬੜਾ ਵਧੀਆ ਲੱਗਦਾ ਕਿ ਹਾਂ ਠੀਕ ਹੈ, ਇਹ ਸੈਂਸ ਬਣਦੀ ਹੈ। ਬਟ ਪ੍ਰੈਕਟੀਕਲੀ ਕਿਸਾਨ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੋ ਸਕਦਾ ਹੈ। ਜੇ ਆਪਾਂ ਦੇਖੀਏ ਬਿਹਾਰ ਮਾਡਲ, ਆਪਾਂ ਨੂੰ ਉਹੀ ਚੀਜ਼ ਪੰਜਾਬ ਦੇ ਵਿੱਚ ਕਰਨ ਦੀ ਜਾਂ ਹਰਿਆਣੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬੜੀ ਡਰਾਵਨੀ ਲੱਗਦੀ ਹੈ। ਅਤੇ ਬਾਕੀ ਸੰਘਰਸ਼ ਚੱਲ ਰਿਹਾ। ਆਈ ਹੋਪ ਕੋਈ ਨਾ ਕੋਈ ਵਧੀਆ ਰਿਜ਼ਲਟ ਮਿਲੇਗਾ। ਕੋਸ਼ਿਸ਼ ਮੈਂ ਕੀਤੀ ਕਿ ਮੈਂ ਬਿੱਲਾਂ 'ਤੇ ਥੋੜ੍ਹਾ ਜਿਹਾ ਚਾਨਣਾ ਪਾਵਾਂ। ਆਈ ਹੋਪ ਸਾਰਿਆਂ ਨੂੰ ਥੋੜ੍ਹੀ ਜਿਹੀ ਅੰਡਰਸਟੈਂਡਿੰਗ ਹੋਈ ਹੋਵੇਗੀ ਬਿੱਲਾਂ ਦੀ ਕਿ ਕਿਸ ਤਰ੍ਹਾਂ ਇਹ ਬਿੱਲ ਕੰਮ ਕਰਨਗੇ ਜੇ ਇਹਨਾਂ ਦੀ ਇੰਪਲੀਮੈਂਟੇਸ਼ਨ ਹੋ ਗਈ। ਅਤੇ ਹੁਣ ਆਪਾਂ ਮਿਲਦੇ ਹਾਂ ਅਗਲੇ ਐਪੀਸੋਡ 'ਚ। ਵਧੀਆ ਲੱਗੇ ਤਾਂ ਲਾਈਕ ਕਰਨਾ, ਚੈਨਲ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰਨਾ। ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਹਾਂਗੇ। ਹੁਣ ਮਿਲਦੇ ਹਾਂ ਆਪਾਂ ਅਗਲੇ ਐਪੀਸੋਡ 'ਚ। ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਮੇਰਾ ਗਗਨਦੀਪ ਸਿੰਘ। ਸਤਿ ਸ਼੍ਰੀ ਅਕਾਲ।